ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਅੱਜ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਸਭ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਕੀਤੀ ਪ੍ਰੈਸ ਕਾਨਫਰੰਸ। ਦੱਸਾਂਗੇ ਪ੍ਰਧਾਨ ਮੰਤਰੀ ਨੇ ਅੱਜ ਕੀ ਕੀਤੇ ਨੇ ਕੈਨੇਡਾ ਵਾਸੀਆਂ ਦੇ ਲਈ ਐਲਾਨ। ਜਗਮੀਤ ਸਿੰਘ ਨੇ ਸਟੂਡੈਂਟ ਲੋਨ ਵਿੱਚ ਛੋਟ ਦੇਣ ਸਮੇਤ ਜੋ ਵਾਅਦੇ ਕੀਤੇ ਤੁਹਾਨੂੰ ਸੁਣਾਵਾਂਗੇ। ਜਗਮੀਤ ਸਿੰਘ ਦੇ ਵਾਅਦਿਆਂ ਦੇ ਉੱਤੇ ਲਿਬਰਲ MP ਨੇ ਅੱਜ ਕੀ ਕਿਹਾ। ਸਪਾਊਸਲ PR ਤੇ ਨਾਲ ਹੀ ਵਰਕ ਪਰਮਿਟਸ ਦੇ ਲਈ ਜਿਨ੍ਹਾਂ ਨੂੰ ਕਰਨੀ ਪੈ ਰਹੀ ਹੈ ਲੰਮੀ ਉਡੀਕ, ਜਾਣੋ ਉਹਨਾਂ ਦੇ ਲਈ MP ਰਣਦੀਪ ਸਰਾਏ ਨੇ ਕੀ ਦਿੱਤੀ ਜਾਣਕਾਰੀ। ਬ੍ਰਿਟਿਸ਼ ਕੋਲੰਬੀਆ ਵਿੱਚ ਕੰਮ ਵਾਲੀਆਂ ਥਾਵਾਂ ਦੇ ਉੱਤੇ ਮੌਤਾਂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜਾਣੋ ਲੇਬਰ ਮੰਤਰੀ ਹੈਰੀ ਬੈਂਸ ਨੇ PNCN ਤੋਂ ਕਾਮਿਆਂ ਨੂੰ ਉਹਨਾਂ ਦੇ ਹੱਕਾਂ ਦੇ ਬਾਰੇ ਕੀ ਦੱਸਿਆ। ਬਰੈਂਪਟਨ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਭਾਰਤੀ ਮੂਲ ਦਾ 18 ਸਾਲਾ ਨੌਜਵਾਨ। ਅੱਜ ਹੋਈ ਅਦਾਲਤ ਵਿੱਚ ਪੇਸ਼ੀ। ਕੋਕਟਲਮ ਵਿੱਚ ਕੱਲ ਰਾਤ ਚੱਲੀਆਂ ਗੋਲੀਆਂ, ਇੱਕ ਵਿਅਕਤੀ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਖੇਤਰੀ ਏਅਰਪੋਰਟਸ ਦੀ ਮਦਦ ਦੇ ਲਈ ਕੀਤਾ ਐਲਾਨ। ਦੱਸਾਂਗੇ ਕਿਵੇਂ ਤੇ ਕਿੰਨਾ ਦਿੱਤਾ ਜਾ ਰਿਹਾ ਹੈ ਫੰਡ। ਕ੍ਰਿਸਪੀ ਕਰੀਮ ਸਟੋਰਸ ਦੇ ਵੱਲੋਂ ਮੁਫਤ ਦੇ ਵਿੱਚ ਡੋਨਟ ਤੇ ਕੌਫੀ ਦਿੱਤੇ ਜਾ ਰਹੇ ਨੇ। ਦਵਾਂਗੇ ਇਸ ਦੇ ਬਾਰੇ ਜਾਣਕਾਰੀ। ਹੁਣ ਤੁਹਾਨੂੰ ਦੱਸਾਂਗੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਸਵੇਰੇ ਜੋ ਕਾਨਫਰੰਸ ਕੀਤੀ ਉਸ ਦੇ ਵਿੱਚ ਕਿਹੜੀਆਂ ਗੱਲਾਂ ਕਹੀਆਂ ਨੇ। ਜੋ ਉਹਨਾਂ ਨੇ ਇਹ ਗੱਲਾਂ ਕਹੀਆਂ ਉਸ ਦੇ ਬਾਰੇ ਪਹਿਲਾਂ ਤੁਹਾਨੂੰ ਪੰਜਾਬੀ ਵਿੱਚ ਦੱਸਾਂਗੇ, ਫਿਰ ਜੋ ਉਹਨਾਂ ਨੇ ਉਹ ਕਿਹਾ ਤੇ ਤੁਹਾਨੂੰ ਉਹ ਸੁਣਾਵਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਉਹ ਖੇਤਰ ਜੋ ਕਿ ਕਾਫੀ ਲੋੜਵੰਦ ਨੇ ਤੇ ਪੇਂਡੂ ਖੇਤਰ ਨੇ ਜਿੱਥੇ ਕਿ ਬੱਸ ਸਰਵਿਸ ਤੇ ਪਬਲਿਕ ਟਰਾਂਸਪੋਰਟ ਦੀ ਸਰਵਿਸ ਘੱਟ ਹੈ, ਉਹਨਾਂ ਥਾਵਾਂ ਦੇ ਲਈ ਕੈਨੇਡਾ ਸਰਕਾਰ ਨੇ ਫੰਡ ਐਲਾਨਿਆ, ਜਿਸ ਦੇ ਲਈ ਫੈਡਰਲ ਸਰਕਾਰ ਨੇ $250 ਮਿਲੀਅਨ ਤੱਕ ਦੇ ਫੰਡ ਦਾ ਐਲਾਨ ਕੀਤਾ ਹੈ ਤੇ ਇਸ ਬਾਰੇ ਪ੍ਰਧਾਨ ਮੰਤਰੀ ਨੇ ਜੋ ਜਾਣਕਾਰੀ ਵੀ ਦਿੱਤੀ ਹੈ। As we rebuild from this pandemic, we have to make sure no one gets left behind. Yesterday, Ministers McKenna and Mosef announced $250 million for transit in rural and remote communities. ਤਾਂ ਅੱਜ ਸਵੇਰੇ ਕਾਨਫਰੰਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਥਾਨ ਦੇ ਉੱਤੇ ਔਟਵਾ ਦੇ ਵਿੱਚ ਪਹੁੰਚੇ ਸੀ ਜਿੱਥੇ ਕਿ COVID-19 ਦੇ ਟੀਕੇ ਲੱਗ ਰਹੇ ਨੇ ਤੇ ਉੱਥੇ ਕਈਆਂ ਨਾਲ ਪ੍ਰਧਾਨ ਮੰਤਰੀ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉੱਥੇ ਕਈ ਵਿਅਕਤੀ ਅਜਿਹੇ ਸਨ ਜਿਵੇਂ ਕਿ ਕਈ ਬਜ਼ੁਰਗ, ਤਾਂ ਉਹਨਾਂ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਕਿ ਉਹ ਪ੍ਰਧਾਨ ਮੰਤਰੀ ਦੇ ਨਾਲ ਹੱਥ ਮਿਲਾ ਲੈਣ, ਪਰ ਉਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਯਾਦ ਦਿਵਾਇਆ ਉਹਨਾਂ ਨੂੰ ਕਿ ਇਸ ਸਮੇਂ ਹੱਥ ਮਿਲਾਉਣ ਦਾ ਸਮਾਂ ਨਹੀਂ ਹੈ, ਜਿਸ ਦੇ ਲਈ ਕੂਣੀ ਨਾਲ ਹੀ ਇੱਕ ਦੂਜੇ ਨੂੰ ਮਿਲਿਆ ਜਾ ਸਕਦਾ ਹੈ। ਤੇ ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੋ ਇਹ ਟੂਰ ਕੀਤਾ ਉਸ ਦੇ ਵਿੱਚ ਟੀਕੇ ਜੋ ਲੱਗ ਰਹੇ ਨੇ ਉਸ ਦੇ ਬਾਰੇ ਵੀ ਜਾਣਕਾਰੀ ਲਈ ਤੇ ਉਸ ਥਾਂ ਦੇ ਉੱਤੇ ਜੋ ਕੰਮ ਕਰ ਰਹੇ ਸੀ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ। This morning, I visited the vaccination clinic at the Nepean Sportsplex here in Ottawa. It was great to see more and more people getting vaccinated. People were in a good mood. A lot of folks were there with their elderly parents. Everyone was chatty and focused, but quite frankly, it was the amazing volunteers who were working so hard who really encouraged us all, and we saw smiles on everyone's faces. I also had the chance to chat with a few of the many healthcare workers who are part of this vaccination effort. They're all doing an incredible job during this really tough time. ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ COVID-19 ਦੇ ਟੀਕਿਆਂ ਦੇ ਬਾਰੇ ਵੀ ਜਾਣਕਾਰੀ ਦਿੱਤੀ ਹੈ ਕਿ ਜਿਵੇਂ ਕਿ ਜੋ ਮਈ ਮਹੀਨੇ ਤੱਕ ਤਾਂ ਅਪ੍ਰੈਲ ਤੋਂ ਲੈ ਕੇ ਹਰ ਹਫਤੇ 1 ਮਿਲੀਅਨ ਤੱਕ ਡੋਜ਼ਸ ਕੈਨੇਡਾ ਨੂੰ ਮਿਲਣ ਦੇ ਬਾਰੇ ਜੋ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਸੀ। ਤਾਂ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਫਾਈਜ਼ਰ ਦੇ ਵੱਲੋਂ ਦੱਸਿਆ ਗਿਆ ਕਿ ਜੋ ਉਹਨਾਂ ਦੀ ਸਪਲਾਈ ਹੈ ਅੱਗੇ ਜਾ ਕੇ ਹੋਰ ਵੀ ਜ਼ਿਆਦਾ ਵਧਾਈ ਜਾ ਰਹੀ ਹੈ। As we've been saying for months, and as we've been planning with the provinces and territories since last year, the end of March will be followed by an increase in vaccine supply. We now have handily exceeded our promised target of 6 million doses delivered before April. ਤੇ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਜਿਵੇਂ ਕਿ ਤੁਹਾਨੂੰ ਪਹਿਲਾਂ ਅਸੀਂ ਜਾਣਕਾਰੀ ਦਿੱਤੀ ਸੀ ਕਿ ਜਗਮੀਤ ਸਿੰਘ ਨੇ ਫਾਰਮਾ ਕੇਅਰ ਨੂੰ ਲੈ ਕੇ ਆਵਾਜ਼ ਚੁੱਕੀ ਕਿ ਉਸ ਬਿੱਲ ਨੂੰ ਲਿਬਰਲਸ ਦੇ ਵੱਲੋਂ ਸਮਰਥਨ ਨਹੀਂ ਦਿੱਤਾ ਗਿਆ। ਜਗਮੀਤ ਸਿੰਘ ਦੇ ਵੱਲੋਂ ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਉਹ ਲਗਾਤਾਰ ਮੁਫਤ ਦੇ ਵਿੱਚ ਮੈਡੀਕਲ ਸਹੂਲਤਾਂ ਤੇ ਦਵਾਈਆਂ ਦੀ ਮੰਗ ਕਰ ਰਹੇ ਨੇ ਲੋੜਵੰਦਾਂ ਦੇ ਵਾਸਤੇ। ਤਾਂ ਉਧਰ ਦੂਜੇ ਪਾਸੇ ਇਸ ਗੱਲ ਦੇ ਉੱਤੇ ਤੇ ਨਾਲ ਹੀ ਜੋ ਜਗਮੀਤ ਸਿੰਘ ਨੇ ਵਿਦਿਆਰਥੀਆਂ ਦੇ ਲਈ ਲੋਨ ਦੀ ਰਕਮ ਨੂੰ ਲੈ ਕੇ ਜੋ ਛੋਟ ਦੇਣ ਦੇ ਬਾਰੇ ਐਲਾਨ ਕੀਤਾ ਸੀ ਕਿ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਜੋ ਵਿਆਜ ਹੈਗਾ ਉਹਦੇ ਉੱਤੇ ਜੋ ਸਟੂਡੈਂਟ ਲੋਨ ਦੇ ਉੱਤੇ ਹੁੰਦਾ ਹੈ ਉਹ ਵੀ ਹਟਾਉਣ ਦੇ ਬਾਰੇ ਤੇ ਨਾਲ ਹੀ ਅੱਗੇ ਜਾ ਕੇ ਕਿਸ ਤਰ੍ਹਾਂ ਜੋ ਟਿਊਸ਼ਨ ਫੀਸ ਹੈ ਉਸ ਨੂੰ ਖਤਮ ਹੀ ਕਰ ਦੇਣ ਦੇ ਬਾਰੇ ਉਹਨਾਂ ਦੇ ਵੱਲੋਂ ਕਦਮ ਚੁੱਕੇ ਜਾਣਗੇ, ਇਹ ਵਾਅਦਾ ਕੀਤਾ ਸੀ। ਤਾਂ ਇਸ ਦੇ ਉੱਤੇ ਲਿਬਰਲ MP ਰਣਦੀਪ ਸਰਾਏ ਨੇ PNCN ਦੇ ਉੱਤੇ ਕੀ ਜਾਣਕਾਰੀ ਦਿੱਤੀ ਹੈ ਤੇ ਆਪਣਾ ਕੀ ਪ੍ਰਤੀਕਰਮ ਦਿੱਤਾ ਹੈ ਤੁਹਾਨੂੰ ਉਹ ਸੁਣਾਉਂਦੇ ਹਾਂ।
ਕੋ ਅਸੀਂ ਲਾਸਟ ਇਲੈਕਸ਼ਨ ਦੇ ਵਿੱਚ ਅਸੀਂ ਸਾਡੇ ਪਲੇਟਫਾਰਮ ਦੇ ਵਿੱਚ ਫਾਰਮਾਕੇਅਰ ਦੀ ਗੱਲ ਕਰਨ ਦੀ ਕੀਤੀ ਸੀ ਔਰ ਅਸੀਂ ਲਾਸਟ ਟਾਈਮ ਦੇ ਵਿੱਚ ਅਸੀਂ ਰਿਪੋਰਟ ਉਹਦੇ ਉੱਤੇ ਪੂਰੀ ਤਿਆਰ ਕੀਤੀ ਸੀ ਵੀ ਕਿੰਨਾ ਖਰਚ ਲੱਗੂਗਾ ਔਰ ਕਿਸ ਤਰ੍ਹਾਂ ਇਹ ਇੰਪਲੀਮੈਂਟ ਹੋਊਗੀ ਕੈਨੇਡਾ ਦੇ ਵਿੱਚ। ਸਭ ਤੋਂ ਪਹਿਲਾਂ ਸੀ ਕਿ ਬਾਇੰਗ ਪਾਵਰ ਜਿਹੜੀ ਆ ਉਹ ਕੀਤੀ ਜਾਵੇ ਤਾਂ ਕਿ ਕੈਨੇਡੀਅਨਸ ਕਲੈਕਟਿਵਲੀ ਬਾਏ ਕਰਨ ਜਿਹੜੀਆਂ ਡਰੱਗਸ ਸਾਰੇ ਸੂਬਾ ਕੱਲਾ ਬਾਏ ਕਰਦਾ ਡਰੱਗ ਸਾਹਮਣੇ ਐਜ਼ ਏ ਬਲਕ 36 ਮਿਲੀਅਨ ਲੋਕਾਂ ਲਈ ਬਾਏ ਕਰਦਾ, ਉਹਦੇ ਨਾਲ ਉਹਦੀ ਕਾਸਟ ਲੋਰ ਹੁੰਦੀ, ਉਹਨਾਂ ਕੰਜ਼ਿਊਮਰ ਨੂੰ ਘੱਟ ਉਹ ਫਰਸਟ ਫੇਜ਼ ਸ਼ੁਰੂ ਹੋ ਗਿਆ ਆ। ਸੈਕੰਡ ਫੇਜ਼ ਹੁਣ ਹੈਗਾ ਕਿ ਕਿਉਂਕਿ ਫਾਰਮਾਕੇਅਰ ਔਰ ਹੈਲਥ ਕੇਅਰ ਪ੍ਰੋਵਿੰਸ ਦਾ ਜ਼ਿੰਮੇਵਾਰੀ ਆ। ਕੈਨੇਡਾ ਦੇ ਵਿੱਚ ਡਿਫਰੈਂਟ ਮਾਡਲ ਡਿਫਰੈਂਟ ਸਟੇਟਾਂ ਦੇ ਹੈਗੇ ਆ। ਫੋਰ ਐਗਜ਼ਾਮਪਲ BC ਦੇ ਵਿੱਚ ਜੇ ਤੁਸੀਂ ਸੋਸ਼ਲ ਸਰਵਿਸਿਜ਼ ਤੇ ਆ ਵੈਲਫੇਅਰ ਤੇ ਤੁਹਾਨੂੰ ਫਾਰਮਾਕੇਅਰ ਮਿਲਦੀ ਆ, ਜੇ ਤੁਸੀਂ ਐਕਸਟੈਂਡਡ ਬੈਨੀਫਿਟਸ ਆ ਤੁਹਾਡੇ ਇੰਪਲੋਇਰ ਆ ਤਾਂ ਵੀ ਤੁਹਾਨੂੰ ਮਿਲਦੀ ਆ। ਸੋ ਇਨ ਬਿਟਵੀਨ ਜਿਹੜਾ ਗਰੁੱਪ ਆ ਉਹਨੂੰ ਨਹੀਂ ਮਿਲਦੀ ਆ। ਅਸੀਂ ਕਿਸ ਤਰ੍ਹਾਂ ਉਹ ਕਈ ਸੂਬਿਆਂ ਦੇ ਵਿੱਚ ਜਿਹੜੇ ਲੋ ਇਨਕਮ ਤੇ ਉਹਨਾਂ ਨੂੰ ਨਹੀਂ ਦਿੱਤੀ ਜਾ ਰਹੀ ਹੈ। ਸੋ ਅਸੀਂ ਉਹ ਮਾਡਲ ਕਰਨਾ ਚਾਹੁੰਦੇ ਜਿੰਨਾ ਕਿ ਇੰਪਲੋਇਰ ਜਿਹੜੇ ਆਲਰੇਡੀ ਕਵਰ ਕਰਦੇ ਉਹ ਗਾਂ ਵੀ ਕਵਰ ਕਰੀ ਜਾਣ, ਉਹਨਾਂ ਨੂੰ ਸ਼ਟੌਟ ਨਾ ਹੋਵੇ ਕਿ ਉਹਨੂੰ ਆਲ ਆਫ ਅ ਸਡਨ ਫ੍ਰੀ ਰਾਈਡ ਮਿਲ ਜਾਵੇ। ਇਸ ਦੇ ਨਾਲ ਪ੍ਰੋਵਿੰਸ ਜਿਹੜੇ ਆਲਰੇਡੀ ਸਪੈਂਡ ਕਰਦੇ ਉਹ ਫੇਸ ਸਪੈਂਡ ਕਰਨ ਉਹ ਜਿਹੜੇ ਸੋਸ਼ਲ ਸਰਵਿਸਿਜ਼ ਦੇ। ਸੋ ਇਹਦਾ ਜਿਹੜਾ ਹੋਊਗਾ ਇਹ ਹੌਲੀ ਪ੍ਰੋਵਿੰਸਾਂ ਦੇ ਨਾਲ ਮਿਲ ਕੇ ਹੋਊਗਾ। ਪਰ ਅਨਫੋਰਚੂਨੇਟਲੀ ਲਾਸਟ 13-14 ਮਹੀਨਿਆਂ ਦੇ ਵਿੱਚ ਜਦੋਂ ਦੇ ਅਸੀਂ ਇਲੈਕਟ ਹੋਏ ਆ ਕੋਵਿਡ ਨੇ ਮੇਨ ਕਨਵਰਸੇਸ਼ਨ ਕੀਤੀ ਗਈ। ਸੋ ਸਾਰਿਆਂ ਦਾ ਮੇਨ ਫੋਕਸ ਮੇਨ ਇੰਟਰਸਟ ਲੋਕਾਂ ਨੂੰ ਕੋਵਿਡ ਤੋਂ ਬਚਾਉਣਾ, ਫਾਈਨੈਂਸ਼ੀਅਲੀ ਬਚਾਉਣਾ, ਇਹ ਜ਼ਿੰਮੇਵਾਰੀ ਸਾਨੂੰ ਦਿੱਤੀ ਗਈ ਸੀ। ਉਹ ਜਦੋਂ ਹੁਣ ਕੋਵਿਡ ਤੋਂ ਨਿਕਲਾਂਗੇ ਫਿਰ ਅਸੀਂ ਮੁੜ ਕੇ ਫਾਰਮਾਕੇਅਰ ਨੂੰ ਪ੍ਰੋਪਰ ਤਰੀਕੇ ਦੇ ਨਾਲ ਅਪਰੋਚ ਕਰਕੇ ਕਰਾਂਗੇ। ਜਿਵੇਂ ਕਿ ਬਹੁਤ ਸਾਰੇ ਸਵਾਲ ਆ ਰਹੇ ਨੇ ਕਿ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵੀ ਲਗਾਤਾਰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਇਸ ਸਮੇਂ ਕੋਵਿਡ-19 ਦੇ ਕਰਕੇ ਫਾਈਲਾਂ ਦੀ ਪ੍ਰਕਿਰਿਆ ਦੇ ਵਿੱਚ ਦੇਰੀ ਹੋ ਰਹੀ ਹੈ। ਤਾਂ ਖਾਸ ਤੌਰ ਦੇ ਉੱਤੇ ਫੈਮਿਲੀ ਕਲਾਸ ਦੀਆਂ ਫਾਈਲਾਂ ਨੇ ਜੋ PR ਨੂੰ ਲੈ ਕੇ ਫਾਈਲਾਂ ਨੇ ਫਿਲਹਾਲ ਉਹ ਚੁੱਕੀਆਂ ਜਾ ਰਹੀਆਂ ਨੇ, ਉਸ ਦੇ ਵਿੱਚ ਵੀ ਕੰਮ ਕਾਫੀ ਹੌਲੀ ਹੋ ਰਿਹਾ ਹੈ ਕਿਉਂਕਿ ਕੰਮ ਕਾਫੀ ਘੱਟ ਗਿਣਤੀ ਦੇ ਵਿੱਚ ਇਮੀਗ੍ਰੇਸ਼ਨ ਦਫ਼ਤਰਾਂ ਦੇ ਵਿੱਚ ਵੀ ਕੰਮ ਕਰ ਰਹੇ ਨੇ। ਤਾਂ ਉਧਰ ਵਰਕ ਪਰਮਿਟ ਦੇ ਵਾਸਤੇ ਵੀ ਜਿਵੇਂ ਸਪਾਊਸਲ ਵਰਕ ਪਰਮਿਟ ਹੈ ਤਾਂ ਉਸ ਦੇ ਬਾਰੇ ਵੀ ਕਈ ਸਵਾਲ ਲਗਾਤਾਰ ਸਾਹਮਣੇ ਆਉਂਦੇ ਨੇ। ਤਾਂ ਉਸ ਨੂੰ ਲੈ ਕੇ MP ਰਣਦੀਪ ਸਰਾਏ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਸ ਦੇ ਉੱਤੇ ਕੀ ਜਾਣਕਾਰੀ ਦਿੱਤੀ ਹੈ ਉਹ ਤੁਸੀਂ ਖੁਦ ਹੀ ਸੁਣ ਲਓ। ਦੇਖੋ ਅੰਡਰਸਟੈਂਡ ਥੋੜ੍ਹਾ ਕਰੋ ਕਿ ਕੋਵਿਡ ਹੋਇਆ, ਜੇ ਆਪਾਂ ਰੈਸਟੋਰੈਂਟ ਬੰਦ ਕਰ ਰਹੇ ਆ, ਈਵਨ ਲੋਕਲ ਲੈਵਲ 'ਤੇ ਆਪਾਂ ਦੇਖ ਰਹੇ ਆ ਕਿੰਨਾ ਹਾਰਡ। ਤੁਸੀਂ ਇਮੈਜਿਨ ਕਰੋ ਕਿ ਦਫ਼ਤਰਾਂ 'ਚ ਤੁਸੀਂ ਕਿੱਦਾਂ ਪੈਕ ਕਰਕੇ 100 ਬੰਦਾ ਨਾਲ ਕਿਊਬਿਕਲ 'ਚ ਕੰਮ ਕਰ ਸਕਦੇ, ਨਹੀਂ ਕਰ ਸਕਦੇ ਆ। ਇਸ ਕਰਕੇ ਉਹ ਘਰਾਂ ਤੋਂ ਕਰ ਰਿਹਾ। ਫਿਰ ਜਿਹੜੀ ਇਮੀਗ੍ਰੇਸ਼ਨ ਹੈ ਇਹਦੀ ਖਾਸ ਕਰਕੇ ਇਹਦਾ ਮੁਸ਼ਕਲ ਆਉਂਦੀ ਹੈ ਕਿ ਜਿਹੜੀ ਇਨਫੋਰਮੇਸ਼ਨ ਹੈ ਤੁਹਾਨੂੰ ਡਿਫਰੈਂਟ ਕੰਟਰੀਆਂ ਤੋਂ ਲੈਣੀ ਪੈਂਦੀ ਹੈ। ਤੁਹਾਨੂੰ ਇੰਡੀਆ ਤੋਂ ਲੈਣੀ ਪੈਂਦੀ, ਪਾਕਿਸਤਾਨ ਤੋਂ ਲੈਣੀ ਪੈਂਦੀ, ਇੰਗਲੈਂਡ ਤੋਂ, ਦੁਬਈ ਤੋਂ, ਸਾਊਥ ਅਮਰੀਕਾ ਤੋਂ। ਉਹਨਾਂ ਦੇ ਗਾਂ ਦਫ਼ਤਰ ਪਹਿਲਾਂ ਤਾਂ ਸਾਡਾ ਐਮਬੈਸੀ ਦਾ ਕਿੰਨਾ ਕੁ ਦਫ਼ਤਰ ਖੁੱਲ੍ਹਾ ਉੱਥੇ ਉਹ ਇੱਕ ਮੁਸ਼ਕਲ ਆਉਂਦੀ ਹੈ ਕੋਵਿਡ ਕਰਕੇ। ਉਹਨਾਂ ਦੀਆਂ ਰਿਸਟ੍ਰਿਕਸ਼ਨਸ ਆ, ਕਈ ਸ਼ਹਿਰ ਦੇ ਵਿੱਚ ਕਰਫਿਊ ਲੱਗੇ ਕਿ ਵਰਕਰ ਉਹ ਦਫ਼ਤਰ ਤੱਕ ਜਾਂ ਐਮਬੈਸੀ ਤੱਕ ਆ ਨਹੀਂ ਸਕਦੇ। ਫਿਰ ਆਪਾਂ ਪੁਲਿਸ ਰਿਪੋਰਟਾਂ ਲੈਣੀਆਂ, ਬੈਕਗਰਾਊਂਡ ਚੈੱਕ ਕਰਨੇ ਉੱਥੇ ਦੇ ਕਰਮਚਾਰੀਆਂ ਤੋਂ, ਉਹ ਉਹਨਾਂ 'ਤੇ ਡਿਪੈਂਡੈਂਟ ਆ। ਸੋ ਉਹ ਸਾਰੀ ਜਿਹੜੀ ਚੇਨ ਆ ਉਹ 'ਚ ਵਿਘਨ ਬਹੁਤ ਪਏ ਆ ਇਸ ਵੇਲੇ ਕੋਵਿਡ ਕਰਕੇ। ਇਸ ਕਰਕੇ ਇੱਕ ਵੀ ਉਹਦੇ ਵਿੱਚ ਚੇਨ ਦੇ ਵਿੱਚ ਵਿਘਨ ਪੈ ਜਾਵੇ ਤਾਂ ਸਾਡੇ ਕੋਲ ਫਾਈਲ ਪੂਰੀ ਨਹੀਂ ਹੁੰਦੀ। ਇਸ ਕਰਕੇ ਮੈਂ ਪੇਸ਼ੈਂਸ ਅਰਜ ਕਰਦਾ ਕਿ ਸਾਰੇ ਥੋੜ੍ਹਾ ਜਿਹਾ ਪੇਸ਼ੈਂਸ ਰਹੋ। ਹੌਲੀ ਜਿਵੇਂ ਆਪਾਂ ਵੈਕਸੀਨੇਸ਼ਨਸ ਵੱਧ ਰਹੀਆਂ ਵਰਲਡ ਵਾਈਡ ਵੀ ਔਰ ਸਾਡੇ ਖਾਸ ਕਰਕੇ ਕੈਨੇਡਾ ਦੇ ਵਿੱਚ ਕੋਵਿਡ ਰੇਟ ਨੂੰ ਜਦੋਂ ਅਸੀਂ ਡਾਊਨ ਲਿਆਉਂਦਾ ਨਾਲ ਦੀ ਨਾਲ ਹੀ ਇਮੀਗ੍ਰੇਸ਼ਨ ਅਪ ਆ ਜਾਣਾ। ਪ੍ਰਾਈਮ ਮਿਨਿਸਟਰ ਦੀ ਕਮਿਟਮੈਂਟ ਆ ਇਮੀਗ੍ਰੇਸ਼ਨ ਨੂੰ ਵਧਾਉਣ ਵਾਸਤੇ, ਤਦੇ 4,01,000 ਕੀਤਾ। ਔਰ ਦਿਸ ਫਰਸਟ ਹਾਫ ਦੇ ਵਿੱਚ ਜਨਵਰੀ ਫਰਵਰੀ 'ਚ ਪਿਛਲੇ ਜਨਵਰੀ ਫਰਵਰੀ ਨਾਲੋਂ ਵੱਧ ਇਮੀਗ੍ਰੈਂਟ PR ਕੀਤੇ ਗਏ ਆ। ਸੋ ਔਨ ਟਰੈਕ ਹੈ ਕਿ ਅਸੀਂ 4 ਲੱਖ ਹਾਸਲ ਕਰਾਂਗੇ ਉਹਨੂੰ ਪ੍ਰੋਸੈਸ ਨੂੰ। ਪਰ ਥੋੜ੍ਹਾ ਜਿਹਾ ਪੇਸ਼ੈਂਸ ਰੱਖਣਾ ਪੈਣਾ ਤਾਂ ਕਿ ਸਾਨੂੰ ਉਹ ਫਾਈਲਾਂ ਐਡਮਿਨਿਸਟਰ ਕਰਨ ਨੂੰ ਫੁਲਫਿਲ ਕਰਨ ਵਾਸਤੇ ਹੋ ਜਾਣ। ਜਿਵੇਂ ਕਿ ਇੱਥੇ MP ਰਣਦੀਪ ਸਰਾਏ ਨੇ ਕਿਹਾ ਤਾਂ ਉਧਰ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵੀ ਬਾਰ-ਬਾਰ ਇਸ ਮੁੱਦੇ ਦੇ ਉੱਤੇ ਇਹੋ ਕਿਹਾ ਜਾਂਦਾ ਹੈ ਕਿ ਲੋਕਾਂ ਨੂੰ ਸਬਰ ਰੱਖਣ ਦੇ ਲਈ ਕਿਹਾ ਜਾਂਦਾ ਹੈ। ਫਿਰ ਬੇਸ਼ੱਕ ਉਹ ਇਮੀਗ੍ਰੇਸ਼ਨ ਦਾ ਕਿਸੇ ਵੀ ਚੀਜ਼ ਨਾਲ ਸੰਬੰਧਿਤ ਕੰਮ ਕਿਉਂ ਨਾ ਹੋਵੇ। ਇੱਥੇ ਜ਼ਿਕਰਯੋਗ ਹੈ ਕਿ ਕਿਊਬੈਕ ਦੇ ਵਿੱਚ ਜੋ ਇੰਟਰਨੈਸ਼ਨਲ ਸਟੂਡੈਂਟਸ ਦੇ ਵੱਲੋਂ ਦਾਖਲਾ ਲਿਆ ਗਿਆ ਤਾਂ ਬਹੁਤ ਸਾਰੇ ਕਾਲਜਿਸ ਦੇ ਵੱਲੋਂ ਫਿਲਹਾਲ ਉਹਨਾਂ ਨੂੰ ਕੋਈ ਜਵਾਬ ਨਹੀਂ ਆ ਰਿਹਾ, ਜਿਸ ਦੀ ਲੰਮੇ ਚਿਰ ਤੋਂ ਉਡੀਕ ਕਰ ਰਹੇ ਨੇ ਤੇ ਕਾਫੀ ਜ਼ਿਆਦਾ ਇਸ ਦੇ ਉੱਤੇ ਪਰੇਸ਼ਾਨ ਵੀ ਨੇ। ਤਾਂ ਉਹਨਾਂ ਦੇ ਵਾਸਤੇ ਵੀ ਇਹੋ ਹੈ ਕਿ ਫਿਲਹਾਲ ਸਬਰ ਤੋਂ ਬਿਨਾਂ ਹੋਰ ਕੁਝ ਨਹੀਂ ਹੋ ਸਕਦਾ ਕਿ ਉਹ ਸਬਰ ਕਰ ਸਕਦੇ ਨੇ, ਜਿਸ ਤੋਂ ਬਾਅਦ ਸਮਾਂ ਆਉਣ ਦੇ ਉੱਤੇ ਅਧਿਕਾਰੀਆਂ ਦੇ ਵੱਲੋਂ ਇਸ ਦੇ ਉੱਤੇ ਫੈਸਲਾ ਵੀ ਲਿਆ ਜਾਵੇਗਾ, ਜਵਾਬ ਵੀ ਦਿੱਤਾ ਜਾਵੇਗਾ। ਤੇ ਇਸ ਦੇ ਉੱਤੇ ਕਿਊਬੈਕ ਵਿੱਚ ਅਧਿਕਾਰੀਆਂ ਦੇ ਨਾਲ ਸੰਪਰਕ ਕਰਨ ਦੀ ਅਸੀਂ ਕੋਸ਼ਿਸ਼ ਵੀ ਕਰ ਰਹੇ ਹਾਂ ਕਿ ਉਹਨਾਂ ਦੇ ਵੱਲੋਂ ਇਸ ਦੇ ਬਾਰੇ ਕੀ ਕਿਹਾ ਜਾਂਦਾ ਹੈ। ਜੇਕਰ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਸਾਡੇ ਕੋਲ ਸਾਹਮਣੇ ਆਉਂਦੀ ਹੈ ਤਾਂ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ। ਤਾਂ ਹੁਣ ਰੁਕ ਕਰਦੇ ਅਗਲੀ ਖਬਰ ਦੇ ਵੱਲ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੰਮ ਦੇ ਵਾਲੀ ਥਾਂ ਦੇ ਉੱਤੇ ਮੌਤ ਨੂੰ ਲੈ ਕੇ ਕਈ ਮਾਮਲੇ ਸਾਹਮਣੇ ਆਏ। ਇੱਕ ਰਿਕਾਰਡ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਇਹ ਦਿਖਾਈ ਦਿੱਤਾ ਕਿ ਇੱਕ ਮਹੀਨੇ ਵਿੱਚ ਹੀ ਜੋ 6 ਕਾਮੇ ਨੇ ਕੰਮ ਵਾਲੀਆਂ ਥਾਵਾਂ ਦੇ ਉੱਤੇ ਉਹਨਾਂ ਦੀ ਮੌਤ ਹੋ ਗਈ। ਤਾਂ ਇਸ ਤੋਂ ਬਾਅਦ ਵਰਕਸੇਫ BC ਦੇ ਨਾਲ ਲੇਬਰ ਮੰਤਰੀ ਹੈਰੀ ਬੈਂਸ ਨੇ ਸੰਪਰਕ ਵੀ ਕੀਤਾ ਸੀ ਤੇ ਕਾਮੇ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਪਹਿਲ ਦਿੰਦੇ ਹੋਏ
ਖਤਰੇ ਵਾਲਾ ਕੰਮ ਨਾ ਕਰਨ ਤੇ ਕਿਸ ਤਰ੍ਹਾਂ ਉਹ ਇਸ ਦੇ ਬਾਰੇ ਸ਼ਿਕਾਇਤ ਵੀ ਕਰ ਸਕਦੇ ਨੇ ਤੇ EMPLOYERS ਨੂੰ ਵੀ ਉਹਨਾਂ ਦੀ ਸੁਰੱਖਿਆ ਦੇ ਵਾਸਤੇ ਕਦਮ ਚੁੱਕਣ ਦੇ ਲਈ ਕਿਹਾ ਜਾ ਰਿਹਾ ਹੈ। ਮਿਨਿਸਟਰ ਹੈਰੀ ਬੈਂਸ ਨੇ PNCN ਦੇ ਉੱਤੇ ਕਾਮਿਆਂ ਦੇ ਵਾਸਤੇ ਜੋ ਜਾਣਕਾਰੀ ਦਿੱਤੀ ਹੈ ਉਹ ਤੁਹਾਨੂੰ ਹੁਣ ਸੁਣਾਉਂਦੇ ਹਾਂ। ਸਭ ਤੋਂ ਪਹਿਲਾਂ ਤਾਂ ਮੈਂ ਬੜਾ ਦੁੱਖ ਹੁੰਦਾ ਜਦੋਂ ਕੋਈ ਵੀ ਕੰਮ ਤੇ ਜਾਂਦਾ ਤੇ ਵਾਪਸ ਘਰ ਨਹੀਂ ਆਉਂਦਾ, ਕਿਉਂਕਿ ਸਾਡਾ ਮੇਨ ਮਕਸਦ ਮੇਰੀ ਮਿਨਿਸਟਰੀ ਦਾ ਤਾਂ ਸਾਡਾ ਗਵਰਨਮੈਂਟ ਦਾ ਹੈਗਾ ਕਿ ਜਿਹੜਾ ਕੰਮ ਤੇ ਜਾਂਦਾ ਉਹ ਜੇਸੀ ਸ਼ੇਪ ਦੇ ਵਿੱਚ ਗਿਆ ਕੰਮ ਤੇ ਉਸੇ ਤਰ੍ਹਾਂ ਵਾਪਸ ਆਪਣੀ ਫੈਮਿਲੀ ਵਿੱਚ ਵਾਪਸ ਆਵੇ ਹੈਲਥੀ ਤੇ ਸੇਫ। ਪਿਛਲੇ 2 ਮਹੀਨਿਆਂ ਦੇ ਵਿੱਚ 8 ਮੌਤਾਂ ਕੰਮ ਦੇ ਹੋ ਚੁੱਕੀਆਂ। ਪਿਛਲੇ 4 ਵੀਕਾਂ ਦੇ ਵਿੱਚ 6 ਮੌਤਾਂ ਹੋਈਆਂ। ਸੋ ਉਹ ਬਹੁਤ ਹੀ ਜ਼ਿਆਦਾ ਦਿਲ ਨੂੰ ਦਿਖਾਉਣ ਵਾਲੀਆਂ ਖਬਰਾਂ ਹੈਗੀਆਂ। ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦੀਆਂ ਫੈਮਲੀਜ਼ ਨੂੰ ਆਪਣਾ ਹਾਰਟਫੈਲਟ ਕੰਡੋਲੈਂਸਿਸ ਅਫਸੋਸ ਜ਼ਾਹਰ ਕਰਦਾ ਅਤੇ ਨਾਲ ਦੀ ਨਾਲ ਉਹ ਜਿਹੜੇ ਉਹਨਾਂ ਦੇ ਨਾਲ ਦੇ ਕੰਮ ਕਰਨ ਵਾਲੇ ਹੈਗੇ ਆ ਉਹਨਾਂ ਨੂੰ ਅਫਸੋਸ ਅਸੀਂ ਜ਼ਾਹਰ ਕਰਦੇ ਹਾਂ। ਅਤੇ ਕਿਉਂਕਿ ਮੈਂ ਸੋਚਦਾ ਕਿ ਜਦੋਂ ਕੰਮ ਦੇ ਉੱਤੇ ਜਿਹੜੀਆਂ ਪ੍ਰੀਵੈਂਟੇਬਲ ਇੰਸੀਡੈਂਟ ਹੈਗੇ ਆ ਫਿਰ ਵੀ ਐਕਸੀਡੈਂਟ ਹੁੰਦੇ ਆ ਅਤੇ ਫਿਰ ਵੀ ਮੌਤਾਂ ਹੁੰਦੀਆਂ, ਉਹ ਮੇਰੇ ਦਿਲ ਨੂੰ ਟੁੰਬਦੀਆਂ। ਇਸੇ ਕਰਕੇ ਫਿਰ ਮੈਂ ਵਰਕਸੇ BC ਨੂੰ ਲੈਟਰ ਲਿਖਿਆ ਕਿ ਤੁਸੀਂ EMPLOYER ਨੂੰ ਯਾਦ ਕਰਾਓ ਉਹਨਾਂ ਦੀ ਰਿਸਪੌਂਸੀਬਿਲਟੀ ਵਰਕਰ ਦੇ ਹੈਲਥ ਐਂਡ ਸੇਫਟੀ ਵਾਸਤੇ ਕੀ ਹੈਗੀ ਆ। ਉਹਨਾਂ ਨੂੰ ਰਿਮਾਈਂਡ ਕਰਵਾਓ ਕਿ ਤੁਸੀਂ ਪੂਰੀ ਦੀ ਪੂਰੀ ਜ਼ਿੰਮੇਵਾਰੀ ਉਹਨਾਂ ਦੀ ਹੈਲਥ ਅਤੇ ਉਹਨਾਂ ਦੀ ਸੇਫਟੀ ਤੁਹਾਡੇ ਦੇ ਉੱਤੇ ਹੈਗੀ ਆ ਅਤੇ ਕਿਸ ਤਰ੍ਹਾਂ ਜਿਹੜੇ ਰੂਲਸ ਹੈਗੇ ਆ ਉਹ ਹੈਲਥ ਐਂਡ ਸੇਫਟੀ ਦੇ ਤੁਸੀਂ ਲਾਗੂ ਕਰਨੇ ਹੈਗੇ ਆ। ਅਤੇ ਨਾਲ ਦੀ ਨਾਲ ਇਹ ਵੀ ਯਾਦ ਕਰਾਉਣੇ ਕਿ ਵਰਕਰ ਅਤੇ EMPLOYER ਰਲ ਕੇ ਇੱਕ ਦੂਜੇ ਦਾ ਸਾਥ ਦੇ ਕੇ ਇੱਕ ਦੂਜੇ ਦੀ ਜਿਹੜੀ ਸੇਫਟੀ ਆ ਉਹਦਾ ਦੇਖਭਾਲ ਕਰਨ। ਕਿਉਂਕਿ ਅਖੀਰ ਦੇ ਵਿੱਚ ਮੇਰਾ ਮੰਤਵ ਇਹ ਹੈਗਾ ਕਿ ਮੈਂ BC ਦੇ ਵਿੱਚ ਅਸੀਂ ਚਾਹੁੰਦੇ, ਸਾਡੀ ਸਰਕਾਰ ਚਾਹੁੰਦੀ ਆ ਕਿ ਸਾਡੇ ਵਰਕ ਪਲੇਸਿਸ ਸਾਰੇ ਕੈਨੇਡਾ ਨਾਲੋਂ ਸੇਫੈਸਟ ਹੋਣ। ਇੱਥੇ ਇਦੋਂ ਲੈਸ ਜਿਹੜਾ ਆ ਉਹ ਐਕਸੈਪਟੇਬਲ ਨਹੀਂ ਹੈਗਾ ਮੈਨੂੰ। ਸੋ ਇਸ ਕਰਕੇ ਵਰਕਸੇ BC ਦੀ ਜ਼ਿੰਮੇਵਾਰੀ ਬਣਦੀ ਹੈਗੀ ਆ, ਕਿਉਂਕਿ ਉਹਨਾਂ ਦੇ ਕੋਲ ਅਥੋਰਿਟੀ ਹੈਗੀ ਆ ਕਿ ਵਰਕ ਪਲੇਸਿਸ ਦੇ ਉੱਤੇ ਜਿਹੜੇ ਹੈਲਥ ਐਂਡ ਸੇਫਟੀ ਰੂਲਸ ਆ ਉਹਨਾਂ ਨੂੰ ਲਾਗੂ ਕਰਵਾਉਣ। ਪਹਿਲੀ ਨੰਬਰ 1 ਗੱਲ ਹੈਗੀ ਆ ਪ੍ਰੀਵੈਂਸ਼ਨ 'ਤੇ। ਪ੍ਰੀਵੈਂਸ਼ਨ ਹੋ ਜਾਂਦੀ ਆ ਐਜੂਕੇਸ਼ਨ ਅਤੇ ਟ੍ਰੇਨਿੰਗ ਦੇ ਨਾਲ, ਉਹਦੇ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਵੇ। ਉਸ ਤੋਂ ਬਾਅਦ ਇਨਫੋਰਸਮੈਂਟ ਆ ਜਾਂਦੀ ਆ ਵੀ ਕੀ ਜਿਹੜਾ ਵਰਕਸੇ BC ਕੋਲ ਜੋ ਟੂਲਸ ਹੈਗੇ ਇਨਫੋਰਸ ਕਰਨ ਵਾਸਤੇ ਉਹ ਪੂਰੇ ਕੰਮ ਕਰ ਰਹੇ ਆ। ਤੀਸਰੀ ਹੁੰਦੀ ਆ ਜੇ ਕਿਤੇ ਕੰਮ ਦੇ ਸੱਟ ਲੱਗ ਜਾਂਦੀ ਆ, ਬਿਮਾਰ ਹੋ ਜਾਂਦਾ ਕੰਮ ਦੇ ਰਿਲੇਟਡ ਕਰਕੇ, ਅਤੇ ਉਹਨਾਂ ਦੇ ਜਿਹੜੇ ਕਲੇਮ ਹੈਗੇ ਆ ਉਹ ਵਿਦ ਰਿਸਪੈਕਟ ਅਤੇ ਡਿਗਨਿਟੀ ਦੇ ਨਾਲ ਉਹਨਾਂ ਦੇ ਪ੍ਰੋਸੈਸ ਹੋਣ। ਪਰ ਵੱਡੀ ਗੱਲ ਹੈਗੀ ਆ ਵਰਕਰ ਦੀ ਹੈਲਥ ਐਂਡ ਸੇਫਟੀ, ਤਾਂ ਉਹਨੂੰ ਪ੍ਰੀਵੈਂਟ ਕਿੱਦਾਂ ਕਰਨਾ ਉਹਦੇ ਵਾਸਤੇ ਮੈਂ ਵਰਕਸੇਫ ਨੇ ਲਿਖਿਆ। ਔਰ ਵਰਕਸੇਫ ਦੇ ਚੇਅਰਪਰਸਨ ਨੇ ਮੈਨੂੰ ਦੁਬਾਰਾ ਉਹਦਾ ਜਵਾਬ ਰਾਈਟ ਵੇ ਦੇ ਦਿੱਤਾ ਕਿ ਉਹ ਵੀ ਮੇਰੇ ਵਾਂਗ ਪੂਰੇ ਕੰਸਰਨਡ ਹੈਗੇ ਆ। ਉਹਨਾਂ ਨੇ ਵੀ ਆਲਰੇਡੀ ਸਟੈਪ ਚੱਕਣੇ ਸ਼ੁਰੂ ਕਰ ਦਿੱਤੇ ਵੀ ਜਿਸ ਏਰੀਏ ਦੇ ਵਿੱਚ ਕੁਛ ਜ਼ਿਆਦਾ ਮੌਤਾਂ ਹੋ ਰਹੀਆਂ, ਐਕਸੀਡੈਂਟ ਹੋ ਰਹੇ ਆ, ਉਹਦੇ ਉੱਤੇ ਉਹ ਜ਼ਿਆਦਾ ਗੌਰ ਦਿੰਦੇ ਆ ਤਾਂ ਕਿ ਅਸੀਂ ਇਨਫੋਰਸਮੈਂਟ ਵਧਾ ਸਕੀਏ ਉੱਥੇ। ਔਰ ਉਹਨਾਂ ਨੇ ਆਫਰ ਕੀਤਾ ਕਿ ਜੇ ਉਹ EMPLOYER ਨੂੰ ਕਿਸੇ ਕੰਮ ਦੀ ਮਦਦ ਦੀ ਲੋੜ ਹੈਗੀ ਆ ਵਰਕਸੇ BC ਤੋਂ ਗਾਈਡੈਂਸ ਦੀ, ਟ੍ਰੇਨਿੰਗ ਦੀ, ਤਾਂ ਉਹ ਦੇਣ ਵਾਸਤੇ ਵੀ ਤਿਆਰ ਹੈਗੇ ਆ। ਸੋ ਅਸੀਂ ਰਲ ਕੇ ਜੇ ਇਹੋ ਜਿਹੇ ਕਦਮ ਉਠਾਵਾਂਗੇ, ਬਾਰ ਇੱਕ ਦੂਜੇ ਨੂੰ ਯਾਦ ਕਰਾਵਾਂਗੇ, ਤਾਂ ਹੀ ਅਸੀਂ ਸਾਰੇ ਕੰਮਾਂ ਦੇ ਉੱਤੇ ਸੇਫ ਰਹਿ ਸਕਦੇ ਹਾਂ। ਕਿਉਂਕਿ ਵਰਕਰ ਦੀ ਹੈਲਥ ਐਂਡ ਸੇਫਟੀ ਮੇਰੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਆ ਔਰ ਸਾਡੇ ਸਾਰੇ ਐਜ਼ ਅ ਸੋਸਾਇਟੀ। ਅਗਲੀ ਖਬਰ ਬਰੈਂਪਟਨ ਤੋਂ ਹੈ, ਜੋ ਕਿ ਪੀਲ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ, ਜਿਸ ਦੇ ਨਾਮ ਤੋਂ ਪਤਾ ਲੱਗਦਾ ਹੈ ਕਿ ਉਹ ਭਾਰਤੀ ਮੂਲ ਦਾ ਨੌਜਵਾਨ ਹੈ। ਉਸ ਦੇ ਬਾਰੇ ਪੁਲਿਸ ਨੇ ਕੀ ਜਾਣਕਾਰੀ ਦਿੱਤੀ ਉਹ ਤੁਹਾਨੂੰ ਹੁਣ ਦੱਸਦੇ ਹਾਂ। ਕੱਲ੍ਹ ਰਾਤ ਬਰੈਂਪਟਨ ਵਿੱਚ ਇੱਕ ਜਾਂਚ ਦੌਰਾਨ ਪੁਲਿਸ ਨੇ ਭਾਰਤੀ ਮੂਲ ਦੇ ਇੱਕ ਨੌਜਵਾਨ ਦੇ ਉੱਤੇ ਮਾਮਲੇ ਦਰਜ ਕੀਤੇ ਨੇ। ਰਾਤੀ 11 ਵਜੇ ਦਾ ਸਮਾਂ ਸੀ ਜਦੋਂ ਪੈਟਰੋਲਿੰਗ ਅਧਿਕਾਰੀ ਜਾਂਚ ਕਰ ਰਹੇ ਸਨ ਤਾਂ ਇੱਕ ਟ੍ਰੈਫਿਕ ਸਟਾਪ ਦੇ ਉੱਤੇ ਉਹਨਾਂ ਨੇ ਹਾਈਵੇ 50 ਦੇ ਨੇੜੇ ਸਿਟੀ ਆਫ ਬਰੈਂਪਟਨ ਵਿੱਚ ਇੱਕ ਵਾਹਨ ਨੂੰ ਰੋਕਿਆ। ਜਾਂਚ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਪਾਇਆ ਕਿ ਨੌਜਵਾਨ ਜੋ ਗੱਡੀ ਚਲਾ ਰਿਹਾ ਸੀ ਉਸ ਦੇ ਕੋਲ ਪਿਸਟਲ ਸੀ, ਜਿਸ ਦੀ ਉਮਰ 18 ਸਾਲ ਹੈ। ਜਸਟਿਨ ਸ਼ਰਮਾ ਉਸ ਦਾ ਨਾਮ ਹੈ, ਜੋ ਕਿ ਬਰੈਂਪਟਨ ਦਾ ਹੀ ਰਹਿਣ ਵਾਲਾ ਹੈ, ਜਿਸ ਦੇ ਉੱਤੇ ਇੱਕ ਨਹੀਂ ਸਗੋਂ ਕਈ ਮਾਮਲੇ ਦਰਜ ਹੋਏ ਨੇ। ਪੁਲਿਸ ਨੇ ਦੱਸਿਆ ਕਿ ਸ਼ਰਮਾ ਦੇ ਉੱਤੇ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਜਾਣੂ ਹੋਣ ਬਾਰੇ, ਗੈਰ ਕਾਨੂੰਨੀ ਹਥਿਆਰ ਲੋਡਡ ਸੀ, ਇਸ ਨਾਲ ਸੰਬੰਧਿਤ ਅਜਿਹੇ ਵਾਹਨ ਵਿੱਚ ਮੌਜੂਦ ਹੋਣਾ ਜਿਸ ਦੇ ਬਾਰੇ ਪਤਾ ਹੈ ਕਿ ਉਸ ਦੇ ਵਿੱਚ ਗੈਰ ਕਾਨੂੰਨੀ ਹਥਿਆਰ ਹੈ ਤੇ ਨਸ਼ਾ ਹੋਣ ਸੰਬੰਧੀ ਮਾਮਲੇ ਦਰਜ ਕੀਤੇ ਗਏ ਨੇ। ਜਸਟਿਨ ਸ਼ਰਮਾ ਨੂੰ ਇਸ ਸ਼ਰਤ ਦੇ ਉੱਤੇ ਜ਼ਮਾਨਤ ਦਿੱਤੀ ਗਈ ਕਿ ਉਹ ontario ਕੋਰਟ ਆਫ ਜਸਟਿਸ ਬਰੈਂਪਟਨ ਵਿੱਚ ਮਾਰਚ 30 ਯਾਨੀ ਕਿ ਅੱਜ ਪੇਸ਼ ਹੋਇਆ। ਇਸ ਦੌਰਾਨ ਪੁਲਿਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਦੇ ਬਾਰੇ ਜਾਣਕਾਰੀ ਕੋਈ ਹੋਵੇ ਤਾਂ ਪੀਲ ਪੁਲਿਸ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਤਾਂ ਉਧਰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਹੋਪ ਵਿੱਚ ਕੱਲ ਦੇਹ ਮਿਲੀ ਸੀ ਤੇ ਇਸ ਦੇ ਬਾਰੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਮਾਮਲਾ ਹੁਣ ਆਈਹਿਟ ਨੇ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਉਸ ਮਾਮਲੇ ਦੀ ਜਾਂਚ ਕਰ ਰਹੀ ਹੈ ਜੋ ਹੋਪ ਵਿੱਚ ਇੱਕ ਦੇਹ ਮਿਲੀ ਹੈ। ਸੋਮਵਾਰ ਨੂੰ ਦੇਹ ਮਿਲੀ ਸੀ ਜੋ ਕਿ ਸਿਲਵਰ ਕ੍ਰੀਕ ਖੇਤਰ ਦੇ ਦੱਖਣ ਵਿੱਚ ਮਿਲੀ।
ਪੁਲਿਸ ਨੂੰ ਇਹ ਮਾਮਲਾ ਸ਼ੱਕੀ ਜਾਪਿਆ, ਜਿਸ ਤੋਂ ਬਾਅਦ ਆਈਹਿੱਟ ਨੇ ਇਸ ਮਾਮਲੇ ਨੂੰ ਆਪਣੇ ਹੱਥਾਂ 'ਚ ਲੈ ਲਿਆ। ਅੱਪਰ ਫਰੇਜ਼ਰ ਵੈਲੀ ਆਰਸੀਐਮਪੀ ਦੇ ਨਾਲ ਮਿਲ ਕੇ ਆਈਹਿੱਟ ਟੀਮ ਜਾਂਚ ਕਰ ਰਹੀ ਹੈ, ਜਿਨ੍ਹਾਂ ਨੂੰ ਫੋਰੈਂਸਿਕ ਟੀਮਸ ਤੇ ਕੋਰਨਰਸ ਤੋਂ ਅਧਿਕਾਰੀ ਵੀ ਸਹਿਯੋਗ ਦੇ ਰਹੇ ਨੇ ਤਾਂ ਕਿ ਸਬੂਤ ਇਕੱਠੇ ਕੀਤੇ ਜਾ ਸਕਣ। ਦੇਹ ਦੀ ਪਛਾਣ ਅਜੇ ਕੀਤੀ ਜਾ ਰਹੀ ਹੈ, ਜਿਸ ਕਰਕੇ ਕੋਈ ਪਛਾਣ ਨਹੀਂ ਦੱਸੀ ਗਈ ਹੈ। ਪਛਾਣ ਸਾਹਮਣੇ ਆਉਣ ਤੋਂ ਬਾਅਦ ਪਹਿਲਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ, ਫਿਰ ਹੀ ਪੁਲਿਸ ਇਸ ਦੇ ਉੱਤੇ ਅੱਗੇ ਕੋਈ ਹੋਰ ਜਾਣਕਾਰੀ ਦੇਵੇਗੀ। ਆਈਹਿੱਟ ਤੋਂ ਅਧਿਕਾਰੀਆਂ ਦਾ ਕਹਿਣਾ ਹੈ ਜੇਕਰ ਕਿਸੇ ਨੂੰ ਵੀ ਇਸ ਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 18775514448 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਆਪਣੀ ਪਛਾਣ ਨਾ ਦੱਸਦੇ ਹੋਏ ਜਾਣਕਾਰੀ ਦੇਣੀ ਹੈ ਤਾਂ ਕ੍ਰਾਈਮ ਸਟਾਪਰਸ ਦੇ ਨਾਲ 1800-222-8477 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ। ਕੁਕਟਲਮ ਆਰਸੀਐਮਪੀ ਨੇ ਜਾਣਕਾਰੀ ਦਿੱਤੀ ਹੈ ਕਿ ਕੱਲ ਰਾਤ ਉੱਥੇ ਗੋਲੀਆਂ ਚੱਲੀਆਂ ਨੇ। ਗੋਲੀਆਂ ਕਿੱਥੇ ਚੱਲੀਆਂ ਇਸ ਦੇ ਬਾਰੇ ਤੁਹਾਨੂੰ ਦੱਸਦੇ ਹਾਂ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਆਰਸੀਐਮਪੀ ਨੇ ਇੱਥੇ ਦੱਸਿਆ ਕਿ ਇੱਕ ਵਿਅਕਤੀ ਗੋਲੀ ਲੱਗਣ ਦੇ ਕਰਕੇ ਜ਼ਖਮੀ ਹੋਇਆ ਹੈ। ਕੁਕਟਲਮ ਤੋਂ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਕੱਲ ਰਾਤੀ 9:20 ਦੇ ਉੱਤੇ ਗੋਲੀਆਂ ਚੱਲੀਆਂ ਨੇ। ਆਰਸੀਐਮਪੀ ਨੇ ਦੱਸਿਆ ਕਿ ਇੱਕ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਗਿਆ ਜਦੋਂ 300 ਬਲਾਕ ਡਿਕੇਅਰ ਸਟਰੀਟ ਦੇ ਉੱਤੇ ਗੋਲੀਆਂ ਚੱਲੀਆਂ। ਪੁਲਿਸ ਅਧਿਕਾਰੀ ਲੰਮਾ ਸਮਾਂ ਉਸ ਖੇਤਰ ਦੇ ਵਿੱਚ ਜਾਂਚ ਕਰਦੇ ਰਹੇ, ਜਿਨ੍ਹਾਂ ਵੱਲੋਂ ਸਬੂਤ ਇਕੱਠੇ ਕੀਤੇ ਜਾ ਰਹੇ ਸੀ ਤਾਂ ਕਿ ਅੱਗੇ ਜਾਂਚ ਕੀਤੀ ਜਾ ਸਕੇ। ਪੁਲਿਸ ਦਾ ਮੰਨਣਾ ਹੈ ਕਿ ਜੋ ਇਹ ਘਟਨਾ ਵਾਪਰੀ ਹੈ ਉਸ ਦੇ ਨਾਲ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਹੈ, ਪਰ ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਦੇ ਬਾਰੇ ਜੇਕਰ ਕਿਸੇ ਦੇ ਕੋਲ ਵੀ ਸੀਸੀਟੀਵੀ ਵੀਡੀਓ ਜਾਂ ਫਿਰ ਡੈਸ਼ ਕੈਮ ਫੁਟੇਜ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 604-945-1550 ਦੇ ਉੱਤੇ ਤੇ ਕ੍ਰਾਈਮ ਸਟਾਪਰਸ ਦੇ ਨਾਲ 1800-222-8477 ਦੇ ਉੱਤੇ। ਕੋਵਿਡ-19 ਦੀ ਜਦੋਂ ਸ਼ੁਰੂਆਤ ਹੋਈ ਹੈ, ਟਰੈਵਲ ਨੂੰ ਲੈ ਕੇ ਵੀ ਰੋਕ ਲੱਗੀ ਹੈ ਤਾਂ ਜੋ ਇੰਟਰਨੈਸ਼ਨਲ 에ਅਰਪੋਰਟਸ ਨੇ ਉਹ ਤਾਂ ਸੰਘਰਸ਼ ਕਰ ਹੀ ਰਹੇ ਨੇ, ਸਗੋਂ ਜੋ ਖੇਤਰੀ 에ਅਰਪੋਰਟ ਨੇ ਉਹਨਾਂ ਦੇ ਉੱਤੇ ਵੀ ਕਾਫੀ ਜ਼ਿਆਦਾ ਇਸ ਦਾ ਪ੍ਰਭਾਵ ਪਿਆ, ਜਿਨ੍ਹਾਂ ਵੱਲੋਂ ਲਗਾਤਾਰ ਸਰਕਾਰਾਂ ਤੋਂ ਮਦਦ ਲਈ ਮੰਗ ਵੀ ਕੀਤੀ ਜਾ ਰਹੀ ਹੈ। ਸਿਰਫ ਇਹੀ ਨਹੀਂ, ਸਗੋਂ ਜੋ ਪਬਲਿਕ ਟਰਾਂਸਪੋਰਟ ਹੈ, ਜੋ ਟਰਾਂਸਪੋਰਟ ਕੰਪਨੀਆਂ ਨੇ, ਪ੍ਰਾਈਵੇਟ ਵੀ ਨੇ, ਤੇ ਉਹਨਾਂ ਦੇ ਉੱਤੇ ਵੀ ਕਾਫੀ ਜ਼ਿਆਦਾ ਪ੍ਰਭਾਵ ਪਿਆ ਤੇ ਇਸੇ ਨੂੰ ਲੈ ਕੇ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਜੋ ਤਾਜ਼ਾ ਐਲਾਨ ਕੀਤਾ ਹੈ ਮਦਦ ਦੇ ਲਈ, ਉਸ ਦੇ ਬਾਰੇ ਤੁਹਾਨੂੰ ਦੱਸਦੇ ਕਿ ਉਹਨਾਂ ਨੇ ਕੀ ਕਿਹਾ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ 55 ਖੇਤਰੀ 에ਅਰਪੋਰਟਸ ਦੇ ਨਾਲ ਹੀ 20 ਇੰਟਰਸਿਟੀ ਬੱਸ ਆਪਰੇਟਰਸ ਦੇ ਲਈ ਫੰਡ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜੋ ਕਿ ਇਸ ਮਦਦ ਦੇ ਲਈ ਹੈ ਕਿ ਇਹ ਕੰਮ ਇਸੇ ਤਰ੍ਹਾਂ ਜਾਰੀ ਰਹਿਣ ਤੇ ਵਿੱਤੀ ਪੱਧਰ ਦੇ ਉੱਤੇ ਸਹਾਇਤਾ ਦਿੱਤੀ ਜਾ ਸਕੇ ਕਿ ਇਹ ਬਿਜ਼ਨਸ ਬੰਦ ਨਾ ਹੋਣ। ਟਰਾਂਸਪੋਰਟ ਮੰਤਰੀ ਰੌਬ ਫਲੇਮਿੰਗ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਜ਼ਰੂਰੀ ਸਹੂਲਤਾਂ ਜਾਰੀ ਰੱਖਣ ਦੇ ਲਈ ਕਦਮ ਚੁੱਕ ਰਹੀ ਹੈ ਤੇ ਇਸ ਤੋਂ ਫੰਡਿੰਗ ਦੇ ਨਾਲ ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਮਦਦ ਮਿਲੇਗੀ ਤਾਂ ਕਿ ਉਹ ਜ਼ਰੂਰੀ ਕੰਮ ਦੇ ਲਈ ਸੁਰੱਖਿਅਤ ਤਰੀਕੇ ਨਾਲ ਟਰੈਵਲ ਕਰ ਸਕਣ। ਸੂਬੇ ਨੇ ਇੱਕ ਵਾਰ ਨਿਵੇਸ਼ ਕਰਨ ਦੇ ਲਈ $6.2 ਮਿਲੀਅਨ ਦਿੱਤੇ ਨੇ, ਜੋ ਕਿ ਬੱਸਾਂ ਦੇ ਲਈ ਦਿੱਤੇ ਗਏ ਨੇ ਤੇ $16.5 ਮਿਲੀਅਨ ਖੇਤਰੀ 에ਅਰਪੋਰਟਸ ਦੇ ਲਈ ਦਿੱਤੇ ਗਏ ਨੇ, ਜੋ ਕਿ ਅਪ੍ਰੈਲ 1, 2021 ਤੋਂ ਮਾਰਚ 31, 2022 ਤੱਕ ਫੰਡਿੰਗ ਦਿੱਤੀ ਜਾਂਦੀ ਰਹੇਗੀ। ਪਬਲਿਕ ਸਰਵਿਸ ਜਾਰੀ ਰੱਖਣ ਦੇ ਲਈ ਸੂਬੇ ਸਮੇਤ ਫੈਡਰਲ ਸਰਕਾਰ ਮਿਲ ਕੇ ਟਰਾਂਸਲਿੰਕ, BC ਟ੍ਰਾਂਜ਼ਿਟ ਤੇ BC ਫੇਰੀਜ਼ ਦੇ ਲਈ $1 ਬਿਲੀਅਨ ਤੱਕ ਦੀ ਫੰਡਿੰਗ ਦੇ ਰਹੀ ਹੈ। ਸਿਰਫ ਬ੍ਰਿਟਿਸ਼ ਕੋਲੰਬੀਆ ਹੀ ਨਹੀਂ, ਕੈਨੇਡਾ ਭਰ ਦੇ ਵਿੱਚ ਜੋ ਖੇਤਰੀ 에ਅਰਪੋਰਟ ਨੇ ਉਹਨਾਂ ਦੇ ਵੱਲੋਂ ਲਗਾਤਾਰ ਫੈਡਰਲ ਸਰਕਾਰ ਤੇ ਸੂਬਾ ਸਰਕਾਰਾਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਮਦਦ ਲਈ ਸਾਹਮਣੇ ਆਇਆ ਜਾਵੇ, ਜਿਸ ਦੇ ਵਿੱਚ ਉਹਨਾਂ ਨੇ ਜਦੋਂ ਤੋਂ ਟਰੈਵਲ ਦੇ ਉੱਤੇ ਰੋਕ ਲੱਗੀ ਹੈ ਕਾਫੀ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਤੇ ਇਸ ਸਮੇਂ ਵੀ ਕਰ ਰਹੇ ਨੇ। ਵਿੱਤੀ ਪੱਧਰ ਦੇ ਉੱਤੇ ਨੁਕਸਾਨ ਦਾ ਸਾਹਮਣਾ ਕਰ ਰਹੇ ਖੇਤਰੀ 에ਅਰਪੋਰਟਸ ਦੇ ਵੱਲੋਂ ਇਹੋ ਕਿਹਾ ਜਾ ਰਿਹਾ ਹੈ ਕਿ ਜੇਕਰ ਉਹਨਾਂ ਦੀ ਮਦਦ ਨਾ ਕੀਤੀ ਗਈ ਤਾਂ ਉਹਨਾਂ ਨੂੰ ਹੋਰ ਜ਼ਿਆਦਾ ਕੰਮ ਤੋਂ ਕੱਢਣੇ ਪੈ ਸਕਦੇ ਨੇ ਤੇ ਨਾਲ ਹੀ ਕਾਫੀ ਜ਼ਿਆਦਾ ਘਾਟਾ ਪੈ ਸਕਦਾ ਹੈ। ਜਿਵੇਂ ਕਿ ਤੁਹਾਨੂੰ ਕੱਲ ਦੱਸਿਆ ਸੀ ਕਿ ਸਿਹਤ ਵਿਭਾਗ ਨੇ ਐਲਾਨ ਕੀਤਾ ਹੈ ਕਿ ਜੋ ਐਸਟਰਾਜ਼ੈਨੇਕਾ ਦਾ ਟੀਕਾ ਹੈ, ਜਿਸ ਟੀਕੇ ਦੇ ਬਾਰੇ ਯੂਰਪ ਤੋਂ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ ਕਿ ਉਸ ਦੇ ਲੱਗਣ ਤੋਂ ਬਾਅਦ ਕਈ ਲੋਕ ਬਿਮਾਰ ਹੋਏ, ਕੁਝ ਕੁ ਗਿਣਤੀ ਵਿੱਚ ਮੌਤਾਂ ਦੀ ਗਿਣਤੀ ਵੀ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਫੈਸਲਾ ਲਿਆ ਗਿਆ ਹੈ ਕਿ ਇਹ ਟੀਕਾ 55 ਸਾਲ ਦੀ ਉਮਰ ਤੋਂ ਘੱਟ ਵਾਲਿਆਂ ਨੂੰ ਨਹੀਂ ਲਗਾਇਆ ਜਾਵੇਗਾ। ਤਾਂ ਇੱਥੇ ਸਵਾਲ ਇਹ ਵੀ ਖੜੇ ਹੁੰਦੇ ਨੇ ਕਿ ਜੇਕਰ ਇਹ ਟੀਕਾ 55 ਸਾਲ ਦੀ ਉਮਰ ਤੋਂ ਘੱਟ ਵਾਲਿਆਂ ਦੇ ਲਈ ਖਤਰਾ ਬਣਦਾ ਹੈ ਤਾਂ ਕੀ ਉਹ ਇਸ ਉਮਰ ਤੋਂ ਜ਼ਿਆਦਾ ਵਾਲਿਆਂ ਵਾਸਤੇ ਨਹੀਂ ਖਤਰਾ ਬਣ ਸਕਦਾ? ਤੇ ਇਸੇ ਦੇ ਉੱਤੇ MP ਰਣਦੀਪ ਸਰਾਏ ਨੇ PNCN ਦੇ ਉੱਤੇ ਕੀ ਜਾਣਕਾਰੀ ਦਿੱਤੀ ਹੈ
ਉਹ ਤੁਹਾਨੂੰ ਸੁਣਾਉਂਦੇ ਹਾਂ। ਦੇਖੋ ਸੋ ਫਾਰ ਕੈਨੇਡਾ ਦੇ ਵਿੱਚ ਜਿੱਤੇ ਵੀ ਐਸਟਰਾਜ਼ੈਨੇਕਾ ਜਿਹਨੇ ਯੂਜ਼ ਕੀਤਾ ਕੋਈ ਵੀ ਸਾਈਡ ਇਫੈਕਟ ਉਹਦਾ ਖਾਸ ਕਰਕੇ ਜਿਹੜਾ ਇਹ ਬਲੱਡ ਕਲੌਟਿੰਗ ਦੀ ਇਸ਼ੂ ਹੈਗਾ ਬਿਲਕੁਲ ਨਹੀਂ ਹੋਇਆ। ਹਾਊਐਵਰ ਪ੍ਰੀਕਾਸ਼ਨ ਲੈਂਦੇ ਆ ਕਿਉਂਕਿ ਉਹ ਡਾਟਾ ਯੂਰਪ ਦਾ ਵੀ ਦੇਖਦੇ ਆ, ਉਹਦੇ ਅਨੁਸਾਰ ਉਹਨੇ 55 ਤੋਂ ਅੰਦਰ ਉਹਨਾਂ ਚਿਰ ਸਸਪੈਂਡ ਕੀਤਾ ਕਿ ਅਸੀਂ ਦੇਖ ਲਈਏ ਕਿ ਕੋਈ ਪ੍ਰੋਬਲਮ ਤਾਂ ਨਹੀਂ ਨਿਕਲਦੀ। ਪਰ ਆਪਾਂ US 'ਚ ਵੀ ਦੇਖਿਆ 38,000 ਦੀ ਸਟੱਡੀ ਉੱਥੇ ਹੋਈ, ਉਹਨਾਂ ਵਿੱਚ ਵੀ ਨਹੀਂ ਨਿਕਲਿਆ। ਇਹ ਕੋਈ ਰੇਅਰ ਇਸ਼ੂ ਹੈਗਾ ਜਿਹੜਾ ਕਿ ਖਾਸ ਕਰਕੇ ਯੂਰਪ ਦੇ ਵਿੱਚ ਨਿਕਲਿਆ, ਪਰ ਜਿਹੜਾ ਕੈਨੇਡੀਅਨ ਬੈਚ ਆਏ ਆ ਉਹਨਾਂ ਦੇ ਵਿੱਚ ਨਹੀਂ ਆ। ਪਰ ਫਿਰ ਵੀ ਆਊਟ ਆਫ ਐਨ ਅਬੰਡੈਂਸ ਆਫ ਪ੍ਰੀਕਾਸ਼ਨ ਉਹਨੇ ਆਪਣਾ ਫਰਜ਼ ਸਮਝਿਆ ਹੈਲਥ ਅਥਾਰਟੀਜ਼ ਦੇ ਸੁਣਦਿਆਂ ਹੋਇਆ ਕਿ ਅਸੀਂ ਉਹਨਾਂ ਚਿਰ ਜਿਹੜੀਆਂ ਛੋਟੀਆਂ 55 ਤੋਂ ਉੱਪਰ ਦੇ ਕਿਸੇ ਨੂੰ ਇਹ ਸਿੰਪਟਮ ਜਾਂ ਪ੍ਰੋਬਲਮ ਨਹੀਂ ਆਈ, ਉਹਨਾਂ ਤੋਂ ਯੰਗਰ ਨੂੰ ਆਈ, ਸੋ ਇਸ ਕਰਕੇ ਨਹੀਂ ਉਹਨਾਂ ਨੂੰ ਉਹਨਾਂ ਚਿਰ ਹਾਲਟ ਕੀਤਾ ਗਿਆ। ਅਗਲੀ ਖਬਰ ਹੈ ਕ੍ਰਿਸਪੀ ਕਰੀਮ, ਜੋ ਡੋਨਟਸ ਉਹਨਾਂ ਦੇ ਵੱਲੋਂ ਵੇਚੇ ਜਾਂਦੇ ਨੇ ਤੇ ਡੋਨਟਸ ਲਈ ਕਾਫੀ ਮਸ਼ਹੂਰ ਵੀ ਹੈ। USA ਦੀ ਕੰਪਨੀ ਹੈ ਤੇ ਉਹਨਾਂ ਦਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕੋ ਫਰੈਂਚਾਈਜ਼ੀ ਹੈ ਜੋ ਕਿ ਡੈਲਟਾ ਦੇ ਵਿੱਚ 120 ਸਟਰੀਟ ਦੇ ਉੱਤੇ ਹੈ। ਤੇ ਇਸ ਦੇ ਬਾਰੇ ਹੁਣ ਜਾਣਕਾਰੀ ਦਿੱਤੀ ਗਈ ਹੈ ਕਿ ਸਿਰਫ ਕੈਨੇਡਾ ਵਿੱਚ ਜੋ ਇੱਕ ਉਹਨਾਂ ਦੇ ਵੱਲੋਂ ਪ੍ਰਮੋਸ਼ਨਲ ਇਵੈਂਟ ਕੀਤਾ ਜਾ ਰਿਹਾ ਹੈ, ਅਗਲੇ 1 ਮਹੀਨੇ ਦੇ ਵਾਸਤੇ ਹਰ ਸੋਮਵਾਰ ਨੂੰ ਇੱਕ ਡੋਨਟ ਤੇ ਇੱਕ ਕੌਫੀ ਉਹਨਾਂ ਵੱਲੋਂ ਫ੍ਰੀ ਦਿੱਤੀ ਜਾਵੇਗੀ। ਜੋ ਗਲੇਜ਼ਡ ਡੋਨਟ ਹੈ ਉਹ ਦਿੱਤਾ ਜਾਵੇਗਾ ਤੇ ਨਾਲ ਹੀ ਇੱਕ ਮੀਡੀਅਮ ਕੌਫੀ ਮੁਫਤ ਦੇ ਵਿੱਚ ਦਿੱਤੀ ਜਾਵੇਗੀ, ਜਿਸ ਦੇ ਲਈ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ। ਤੇ ਹਰ ਸੋਮਵਾਰ ਵਿਕਟੋਰੀਆ ਡੇ ਤੱਕ ਉਹਨਾਂ ਦੇ ਵੱਲੋਂ ਕੁਝ ਅਜਿਹਾ ਹੀ ਕੀਤਾ ਜਾਵੇਗਾ। ਦਰਅਸਲ ਇਹ ਸਿਰਫ ਇੱਕ ਪ੍ਰਮੋਸ਼ਨਲ ਇਵੈਂਟ ਹੈ ਤੇ ਇਸ ਦੇ ਬਾਰੇ ਜਾਣਕਾਰੀ ਸਾਰਿਆਂ ਨੂੰ ਦਿੱਤੀ ਜਾ ਰਹੀ ਹੈ ਤੇ 24 ਮਈ ਤੱਕ ਇਹ ਚੱਲੇਗਾ। ਕ੍ਰਿਸਪੀ ਕਰੀਮ ਕੰਪਨੀ ਨੇ ਇਸ ਦੇ ਬਾਰੇ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।